ਕੇਜਰੀਵਾਲ ਕਹਿੰਦੇ ਚੰਡੀਗੜ੍ਹ ਪੰਜਾਬ ਨੂੰ ਦੇਣ ਨੂੰ ਤਿਆਰੀ ਹੋ ਰਹੀ ਹੈ। ਤੁਸੀਂ ਚੰਡੀਗੜ੍ਹ 'ਚ ਵੀ ਐਮਸੀ ਸਾਡੀ ਬਣਾ ਦਿਓ ਤੇ ਪੰਜਾਬ 'ਚ ਸਰਕਾਰ ਤਾਂ ਸਾਡੀ ਖੈਰ ਕਹਿੰਦੇ ਬਣੀ ਲਓ। ਕੱਲ੍ਹ ਹੀ ਮੈਂ ਗ੍ਰਹਿ ਮੰਤਰੀ ਜੀ ਨੂੰ ਮਿਲਿਆ ਲਖਨਊ 'ਚ, ਅਮਿਤ ਸ਼ਾਹ ਜੀ ਨੂੰ। ਕੋਈ ਐਸੀ ਗੱਲ ਨਹੀਂ, ਕੇਜਰੀਵਾਲ ਝੂਠ ਬੋਲਦਾ। ਤੇ ਮੈਂ ਸਮਝਦਾ ਜਿੰਨਾ ਅਪਮਾਨ ਆਮ ਆਦਮੀ ਪਾਰਟੀ ਆਪਣੇ ਵਲੰਟੀਅਰਾਂ ਦਾ, ਆਪਣੇ ਲੀਡਰਾਂ ਦਾ ਕਰਦੀ ਆ, ਕੋਈ ਹੋਰ ਨਹੀਂ ਕਰਦਾ। ਇੱਥੇ ਤਾਂ ਡਿਕਟੇਟਰਸ਼ਿਪ ਆ ਸਿੱਧੀ, ਕੋਈ ਰੂਲਸ ਐਂਡ ਰੈਗੂਲੇਸ਼ਨ ਕੁਝ ਵੀ ਨਹੀਂ ਹੈ। ਕਹਿੰਦੇ ਸੀ ਕਿ ਬੀਜੇਪੀ ਮੈਨੂੰ ਖਰੀਦ ਰਹੀ ਹੈ, ਕੋਈ ਦੁਬਾਰੇ ਚਰਚਾ ਸੁਣੀ ਕਿ ਸੀਨੀਅਰ ਲੀਡਰ ਨੂੰ ਪੁੱਛਿਆ ਤੁਸੀਂ ਭਾਈ ਗਿਆ ਕੋਈ? ਬੜੇ ਬੜੇ ਲੀਡਰ ਆਉਣ ਨੂੰ ਫਿਰਦੇ ਆ, ਅਸੀਂ ਨਹੀਂ ਕਰ ਰਹੇ ਕਮਿਟਮੈਂਟ। ਇਹਦੇ ਦੋ ਤਾਂ ਵਿਧਾਇਕ ਸਾਡੇ ਟੱਚ 'ਚ ਨੇ ਇਸ ਵੇਲੇ। ਔਰ ਮੈਂ ਫਿਰ ਕਹਿਣਾ ਭਗਵੰਤ ਮਾਨ ਨੂੰ, ਜੇ ਇਹਦੇ ਕੋਲ ਕੋਈ ਅਥੈਂਟਿਕ ਸਬੂਤ ਹੋਵੇ ਲੈ ਕੇ ਸਾਹਮਣੇ ਆਵੇ, ਸਾਡੇ ਲੀਡਰ ਦੀ ਕਿਸੇ ਦੀ ਰਿਕਾਰਡਿੰਗ ਹੋਵੇ, ਕੋਈ ਹੋਰ ਗੱਲ ਹੋਵੇ, ਝੂਠੇ ਸਬੂਤਾਂ ਨਾਲ ਨਹੀਂ। ਮੈਂ ਰਾਜਨੀਤੀ ਤੋਂ ਉਦੋਂ ਹੀ ਅਲੱਗ ਹੋ ਜਾਊਂਗਾ। ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਸਟੇਟਮੈਂਟ ਆਉਂਦੀ ਹੈ, ਕਹਿੰਦੇ ਡੱਲੇਵਾਲ ਆਰਐਸਐਸ ਦਾ ਬੰਦਾ। ਡੱਲੇਵਾਲ ਹੁਣ ਬਲਵੀਰ ਰਾਜੇਵਾਲ ਤੇ ਸਵਾਲ ਚੁੱਕੀ ਜਾਂਦੇ ਨੇ। ਇਹ ਦੇਖਿਆ ਜਾਵੇ ਪੂਰਾ ਸਿਨੈਰੀਓ ਕਿਹੋ ਜਿਹਾ ਬਣਦਾ ਦਿਖਦਾ ਤੁਹਾਨੂੰ? ਇਹਦਾ ਨੁਕਸਾਨ ਹੋਣਾ, ਫਾਇਦਾ ਹੋਣਾ? ਇਹ ਇਹਨਾਂ ਦੀ ਨਜ਼ਰਾਂ 'ਚ ਬਦਨਾਮ ਹੋ। ਆਰਐਸਐਸ ਕੋਈ ਬਦਨਾਮ ਸੰਸਥਾ ਨਹੀਂ ਹੈ, ਬਹੁਤ ਪਵਿੱਤਰ ਤੇ ਵਧੀਆ ਸੰਗਠਨ ਹੈ। ਮੈਂ ਤਾਂ ਕਹਿੰਦਾ ਮੇਰੇ ਸਾਹਮਣੇ ਕੋਈ ਤਗੜਾ ਕਿਸਾਨ ਲੀਡਰ ਉਤਾਰੋ ਭਾਈ, ਮੈਂ ਰਾਜਪੁਰੇ ਤੋਂ ਲੜ ਰਿਹਾ। ਇਹਦੇ ਨਾਲ ਵੈਸੇ ਇੱਛਾ ਰਹੂਗੀ ਤੁਹਾਡੀ ਜੇ ਤੁਹਾਨੂੰ ਚੂਜ਼ ਕਰਨ ਨੂੰ ਕਹੇ? ਅਜੇ ਚੁਣੂਨੀ ਆ ਜੇ, ਉਹ ਤੋਂ ਪਹਿਲਾਂ ਇੱਕ ਵਾਰ ਕਹਿੰਦੇ ਵੀ ਸੀ, ਤੇ ਰਾਜੇਵਾਲ ਜੀ ਆ ਜਾਣ, ਡੱਲੇਵਾਲ ਜੀ, ਜਿਹਨੇ ਮਰਜ਼ੀ ਜਿਹਦੀ ਵੀ ਇੱਛਾ ਹੋਵੇ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਦੇ ਵਿੱਚ ਦੇਖਿਆ ਜਾਵੇ ਸਿਆਸੀ ਮਾਹੌਲ ਨੂੰ ਦੇਖਦੇ ਹੋਏ ਲਗਾਤਾਰ ਲੀਡਰ ਖੈਰ ਲੋਕਾਂ ਨਾਲ ਵਾਅਦੇ ਵੀ ਕਰ ਰਹੇ ਨੇ, ਕਈ ਗਰੰਟੀਆਂ ਦੇ ਰਹੇ ਨੇ। ਹਰੇਕ ਪਾਰਟੀ ਨੂੰ ਖੈਰ ਹੁੰਦਾ ਕਿ ਸਾਨੂੰ ਵੋਟਾਂ 4 ਵੱਧ ਪੈ ਜਾਣਗੀਆਂ ਜੇਕਰ ਅਸੀਂ ਵੱਡੀ ਗੱਲ ਕਹਿ ਦਿੰਦੇ ਹਾਂ। ਪਰ ਕੇਜਰੀਵਾਲ ਕਹਿੰਦੇ ਹੁਣ ਇਹਨੂੰ ਪੈਂਤਰਾ ਕਹਿ ਰਹੀਏ ਜਾਂ ਕੁਝ ਹੋਰ, ਕਿ ਆਖਰ ਚੰਡੀਗੜ੍ਹ ਪੰਜਾਬ ਨੂੰ ਦੇਣ ਜਾ ਰਹੇ ਨੇ। ਹਾਲਾਂਕਿ ਹਰੇਕ ਪੰਜਾਬੀ ਚਾਹੁੰਦਾ ਚੰਡੀਗੜ੍ਹ ਮਿਲਣਾ ਚਾਹੀਦਾ, ਪਰ ਕਿਤੇ ਸ਼ੁਰੂਆਤ ਤਾਂ ਹੋਵੇ ਇਹ ਗੱਲ। ਤੇ ਦੂਸਰਾ ਦੇਖਿਆ ਜਾਵੇ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ 605 ਬਣਿਆ ਹੋਇਆ ਹੈ, ਵੀ ਇੱਕ ਦੂਜੇ ਦੇ ਉੱਤੇ ਡੱਲੇਵਾਲ ਦੀ ਗੱਲ ਹੋਵੇ, ਬਲਵੀਰ ਰਾਜੇਵਾਲ ਨੂੰ ਲੈ ਕੇ, ਰਾਜੇਵਾਲ ਦੀ ਡੱਲੇਵਾਲ ਨੂੰ ਲੈ ਕੇ ਝੜੂਨੀ ਨਵੀਂ ਪਾਰਟੀ ਅਨਾਉਂਸ ਕਰ ਦਿੰਦੇ ਨੇ। ਕੀ ਆਖਰਕਾਰ ਸਿਆਸੀ ਦਲਾਂ ਨੂੰ ਇਸ ਚੀਜ਼ ਨਾਲ ਫਰਕ ਪੈਂਦਾ ਹੈ? ਹਰਜੀਤ ਗਰੇਵਾਲ ਸਾਡੇ ਨਾਲ ਨੇ, ਬੀਜੇਪੀ ਦੇ ਸੀਨੀਅਰ ਲੀਡਰ ਨੇਗੇ। ਗਰੇਵਾਲ ਸਾਹਿਬ, ਦੇਖਿਆ ਜਾਵੇ ਪਹਿਲਾਂ ਕੇਜਰੀਵਾਲ ਦੀ ਗੱਲ ਕਰ ਲੈਂਦੇ। ਕੇਜਰੀਵਾਲ ਕਹਿੰਦੇ ਚੰਡੀਗੜ੍ਹ ਪੰਜਾਬ ਨੂੰ ਦੇਣ ਨੂੰ ਤਿਆਰੀ ਹੋ ਰਹੀ ਹੈ। ਤੁਸੀਂ ਚੰਡੀਗੜ੍ਹ 'ਚ ਵੀ ਐਮਸੀ ਸਾਡੀ ਬਣਾ ਦਿਓ ਤੇ ਪੰਜਾਬ 'ਚ ਸਰਕਾਰ ਤਾਂ ਸਾਡੀ ਖੈਰ ਕਹਿੰਦੇ ਬਣੀ ਲਓ ਤੇ ਅਸੀਂ ਦੋਨੇ ਮਿਲ ਕੇ ਕੰਮ ਕਰ ਲਾਂਗੇ। ਉਹ ਕਹਿੰਦੇ ਅਫਵਾਹਾਂ ਮੈਂ ਸੁਣੀਆਂ ਨੇ। ਤੁਹਾਨੂੰ ਕਿਤੇ ਕੋਈ ਚਰਚਾ ਸੁਣੀ ਕਿ ਆਖਰਕਾਰ ਇਸ ਤਰ੍ਹਾਂ ਦਾ ਫੈਸਲਾ ਕੋਈ ਸੈਂਟਰ ਕਰ ਰਿਹਾ ਹੈ ਜਾਂ ਕਿਤੇ ਗੱਲਾਂ ਚੱਲ ਰਹੀਆਂ ਨੇ? ਦੇਖੋ ਕੇਜਰੀਵਾਲ, ਮੈਂ ਤੁਹਾਨੂੰ ਸਵਾਲ ਕਰਦਾ ਵੀ ਭਾਰਤ ਦੇ ਗ੍ਰਹਿ ਮੰਤਰੀ ਨੇ ਜਾਂ ਪ੍ਰਧਾਨ ਮੰਤਰੀ ਨੇ? ਉਹਨੂੰ ਪਤਾ ਹੀ ਨਹੀਂ ਕਿ ਇੱਕ ਦਿੱਲੀ ਸ਼ਹਿਰ ਦਾ ਮੁੱਖ ਮੰਤਰੀ ਹੈ। ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਕੋਈ ਸਰਕਾਰ ਦੀ ਤਰਫੋਂ ਕੋਈ ਐਸੀ ਤਜਵੀਜ਼ ਹੈ ਨਹੀਂ। ਇਹ ਝੂਠ ਬੋਲ ਕੇ ਲੋਕਾਂ 'ਚ ਭੁਲੇਖੇ ਪਾ ਕੇ ਸੱਤਾ ਹਥਿਆਉਣਾ ਚਾਹੁੰਦਾ। ਉਹ ਇਹਨੂੰ ਕੇਜਰੀਵਾਲ ਨੂੰ ਨਹੀਂ ਮਿਲਣੀ, ਕਿਤੇ ਵੀ ਨਹੀਂ ਮਿਲਣੀ, ਚੰਡੀਗੜ੍ਹ 'ਚ ਵੀ ਨਹੀਂ ਮਿਲਣੀ, ਪੰਜਾਬ 'ਚ ਨਹੀਂ ਮਿਲਣੀ। ਔਰ ਦੇਸ਼ ਦੇ ਲੋਕਾਂ ਨੇ ਵੀ ਇਹਨੂੰ ਨਕਾਰ ਦੇਣਾ ਜਿਸ ਤਰ੍ਹਾਂ ਦਾ ਇਹ ਝੂਠ ਬੋਲਦਾ। ਅਤੇ ਇਹ ਝੂਠੇ ਕੰਮਾਂ ਨਾਲ ਪਾਰਟੀਆਂ ਨਹੀਂ ਚੱਲਦੀਆਂ। ਔਰ ਕੇਜਰੀਵਾਲ ਕੀ ਚਾਹੁੰਦਾ ਕਿ ਜਾਂ ਤਾਂ ਮੈਂ ਮੁੱਖ ਮੰਤਰੀ ਬਣਾ ਪੰਜਾਬ ਦਾ, ਜਾਂ ਮੇਰੀ ਘਰ ਵਾਲੀ ਮੁੱਖ ਮੰਤਰੀ ਬਣੇ ਪੰਜਾਬ ਦੀ। ਹੋਰ ਕਿਸੇ ਨੂੰ ਉਹ ਦੇਖਣਾ ਨਹੀਂ ਚਾਹੁੰਦਾ। ਇਸੇ ਕਰਕੇ ਉਹ ਦੁਵਿਧਾ 'ਚ ਆ ਔਰ ਕੁਝ ਵੀ ਕਰਨ 'ਚ ਅਸਮਰਥ ਆ ਉਹ। ਤੇ ਮੈਂ ਇਹ ਸਮਝਦਾ ਕਿ ਕੇਜਰੀਵਾਲ ਨੂੰ ਇਹਨਾਂ ਗੱਲਾਂ ਤੋਂ ਬਾਜ਼ ਆਉਣਾ ਚਾਹੀਦਾ। ਤੇ ਜੇ ਗਰੇਵਾਲ ਸਾਹਿਬ ਦੇਖਿਆ ਜਾਵੇ, ਉਹਨਾਂ ਨੇ ਜਿਹੜੇ ਆਪਦੇ ਭਾਸ਼ਣ 'ਚ ਸ਼ਬਦ ਵਰਤੇ ਉਹੀ ਤੁਹਾਨੂੰ ਦੱਸ ਦੇਣਾ। ਉਹ ਕਹਿੰਦੇ ਅਫਵਾਹਾਂ ਚੱਲ ਰਹੀਆਂ ਨੇ, ਕਹਿੰਦੇ ਪਤਾ ਨਹੀਂ ਇਹ ਸਹੀ ਨੇ ਗਲਤ ਨੇ, ਪਰ ਕਹਿੰਦੇ ਚੰਡੀਗੜ੍ਹ ਦਿੱਤਾ ਜਾ ਰਿਹਾ ਹੈ। ਅਫਵਾਹਾਂ ਦੇ ਵਿੱਚ ਜੇ ਦੇਖਿਆ ਜਾਵੇ ਅਮੂਮਨ ਤੌਰ ਤੇ ਸਾਰੇ ਲੋਕ ਸੁਣ ਲੈਂਦੇ ਨੇ, ਸਾਨੂੰ ਵੀ ਪਤਾ ਲੱਗਦੀਆਂ, ਤੁਹਾਨੂੰ ਵੀ ਖੈਰ ਪਤਾ ਲੱਗਦੀਆਂ, ਪਰ ਕਿਤੇ ਕੋਈ ਚਰਚਾ ਤੁਹਾਨੂੰ ਸੁਣੀ ਲੱਗੀ ਇਸ ਵਾਰ? ਕੋਈ ਅਫਵਾਹ ਨਹੀਂ, ਨਾ ਸੁਣੀ ਆ। ਕੱਲ੍ਹ ਹੀ ਮੈਂ ਗ੍ਰਹਿ ਮੰਤਰੀ ਜੀ ਨੂੰ ਮਿਲਿਆ ਲਖਨਊ 'ਚ, ਅਮਿਤ ਸ਼ਾਹ ਜੀ ਨੂੰ। ਕੋਈ ਐਸੀ ਗੱਲ ਨਹੀਂ, ਕੇਜਰੀਵਾਲ ਝੂਠ ਬੋਲਦਾ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਐਸੇ ਝੂਠੇ ਆਦਮੀ ਦੀਆਂ ਗੱਲਾਂ ਨਾ ਸੁਣੋ। ਇਹ ਝੂਠ ਬੋਲਦਾ, ਔਰ ਜਿੱਥੇ ਝੂਠ ਆ ਉੱਥੇ ਸੱਚਾਈ ਨਹੀਂ ਖੜੀ ਹੁੰਦੀ, ਜਿੱਥੇ ਸੱਚਾਈ ਆ ਉੱਥੇ ਝੂਠ ਨਹੀਂ ਖੜਾ ਹੁੰਦਾ। ਜਿੱਥੇ ਗੰਦਗੀ ਹੋਵੇ, ਦੁਰਗੰਧ ਹੋਵੇ, ਉੱਥੇ ਸੁਗੰਧ ਨਹੀਂ ਰਹਿ ਸਕਦੀ। ਠੀਕ ਹੈ ਨਾ ਗੱਲ? ਤਾਂ ਇਹ ਕੇਜਰੀਵਾਲ ਜਿਹੜਾ ਹੈਗਾ, ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਦਾ, ਮੈਂ ਸਮਝਦਾ ਕਿ ਇਹਦੇ ਕੋਲੋਂ ਤਾਂ ਪਰਮਾਤਮਾ ਸਾਨੂੰ ਬਚਾਵੇ ਔਰ ਸਾਡੇ ਸੂਬੇ ਨੂੰ ਬਚਾਵੇ। ਪੰਜਾਬੀਆਂ ਨੇ ਪਹਿਲਾਂ ਬਹੁਤ ਸੰਕਟ ਭੁਗਤਿਆ ਤੇ ਹੋਰ ਸੰਕਟ ਸਾਨੂੰ ਨਾ ਭੁਗਤਣਾ ਪਵੇ। ਤੇ ਜਿਵੇਂ ਤੁਸੀਂ ਕਿਹਾ ਕਿ ਖੁਦ ਬਣਨ ਨੂੰ ਫਿਰਦੇ ਨੇ ਜਾਂ ਉਹਨਾਂ ਵੀ ਮੇਰੀ ਵਾਈਫ ਬਣ ਜੇ, ਇਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਤਾਈਓ ਕਰਕੇ ਹੋ ਸਕਦਾ ਵੀ ਭਗਵੰਤ ਮਾਨ ਦੇ ਨਾਂ ਨੂੰ ਜਾਂ ਕਿਸੇ ਹੋਰ ਨਾਂ ਦੇ ਨੂੰ ਦੇਰੀ ਹੋ ਰਹੀ ਹੈ। ਭਗਵੰਤ ਮਾਨ ਦਾ ਤਾਂ ਉਹ ਆਖਰ 'ਚ ਕਰੂਗਾ ਜਦੋਂ ਕੋਈ ਹੋਰ ਚਾਰਾ ਨਹੀਂ ਲੱਭਣਾ, ਤੇ ਹੋਰ ਚਾਰਾ ਕੋਈ ਲੱਭ ਨਹੀਂ ਰਿਹਾ ਉਹਨੂੰ ਅਜੇ ਤੱਕ। ਤੇ ਭਗਵੰਤ ਮਾਨ ਨੂੰ ਤਾਂ ਆਖਰ ਪਾਰਟੀ 'ਚੋਂ ਜਾਣਾ ਹੀ ਪੈਣਾ। ਇਹ ਸੋਚ ਕੇ ਕਿ ਇਹ ਇੰਨੀਆਂ ਬੁਰੀਆਂ ਗੱਲਾਂ ਭਗਵੰਤ ਮਾਨ ਨਾਲ ਕਰ ਰਿਹਾ, ਉਹ ਤਾਂ ਫਿਰ ਵੀ ਵਿਚਾਰਾ ਗਾਲਾਂ ਗੂਲਾਂ ਖਾ ਕੇ ਲੱਗਿਆ ਰਹਿੰਦਾ। ਤੇ ਮੈਂ ਸਮਝਦਾ ਜਿੰਨਾ ਅਪਮਾਨ ਆਮ ਆਦਮੀ ਪਾਰਟੀ ਆਪਣੇ ਵਲੰਟੀਅਰਾਂ ਦਾ, ਆਪਣੇ ਲੀਡਰਾਂ ਦਾ ਕਰਦੀ ਆ, ਕੋਈ ਹੋਰ ਨਹੀਂ ਕਰਦਾ। ਇੱਥੇ ਤਾਂ ਡਿਕਟੇਟਰਸ਼ਿਪ ਆ ਸਿੱਧੀ, ਕੋਈ ਰੂਲਸ ਐਂਡ ਰੈਗੂਲੇਸ਼ਨ ਕੁਝ ਵੀ ਨਹੀਂ ਹੈ। ਪਰ ਉਹ ਤਾਂ ਕਹਿੰਦੇ ਸੀ ਕਿ ਬੀਜੇਪੀ ਮੈਨੂੰ ਖਰੀਦ ਰਹੀ ਹੈ, ਕੋਈ ਦੁਬਾਰੇ ਚਰਚਾ ਸੁਣੀ ਕਿ ਸੀਨੀਅਰ ਲੀਡਰ ਨੂੰ ਪੁੱਛਿਆ ਤੁਸੀਂ ਭਾਈ ਗਿਆ ਕੋਈ? ਮੈਂ ਫੇਰ ਕਹਿਣਾ
ਕਿ ਸਾਡੀ ਪਾਰਟੀ ਦਾ ਕੋਈ ਵੀ ਸਥਾਪਿਤ ਲੀਡਰ ਇਸ ਤਰ੍ਹਾਂ ਦੀ ਗੱਲ ਨਹੀਂ ਕਰਦਾ। ਸਾਡੇ 'ਚ ਤਾਂ ਇੰਨੇ ਲੋਕ ਆਉਣ ਨੂੰ ਫਿਰਦੇ ਆ, ਅਸੀਂ ਉਹਨਾਂ ਨਾਲ ਗੱਲ ਪੂਰੀ ਨਹੀਂ ਕਰ ਰਹੇ। ਉਹਨਾਂ ਨਾਲ ਕਮਿਟਮੈਂਟ ਸਿਰਫ ਇੰਨੀ ਕਰਨੀ ਕਿ ਤੁਹਾਨੂੰ ਟਿਕਟ ਦੇਣੀ ਹੈ। ਬੜੇ ਬੜੇ ਲੀਡਰ ਆਉਣ ਨੂੰ ਫਿਰਦੇ ਆ, ਅਸੀਂ ਨਹੀਂ ਕਰ ਰਹੇ ਕਮਿਟਮੈਂਟ। ਇਹਦੇ 2 ਤਾਂ ਵਿਧਾਇਕ ਸਾਡੇ ਟੱਚ 'ਚ ਨੇ ਇਸ ਵੇਲੇ ਜਿਹੜੇ ਆਉਣਾ ਚਾਹੁੰਦੇ ਆ। ਤੇ ਇਸ ਕਰਕੇ ਭਗਵੰਤ ਮਾਨ ਤਾਂ ਐਵੇਂ ਝੂਠੀਆਂ ਅਫਵਾਹਾਂ ਫੈਲਾਉਂਦਾ। ਔਰ ਮੈਂ ਫਿਰ ਕਹਿਣਾ ਭਗਵੰਤ ਮਾਨ ਨੂੰ, ਜੇ ਇਹਦੇ ਕੋਲ ਕੋਈ ਅਥੈਂਟਿਕ ਸਬੂਤ ਹੋਵੇ ਲੈ ਕੇ ਸਾਹਮਣੇ ਆਵੇ, ਸਾਡੇ ਲੀਡਰ ਦੀ ਕਿਸੇ ਦੀ ਰਿਕਾਰਡਿੰਗ ਹੋਵੇ, ਕੋਈ ਹੋਰ ਗੱਲ ਹੋਵੇ, ਝੂਠੇ ਸਬੂਤਾਂ ਨਾਲ ਨਹੀਂ। ਮੈਂ ਰਾਜਨੀਤੀ ਤੋਂ ਉਦੋਂ ਹੀ ਅਲੱਗ ਹੋ ਜਾਊਂਗਾ। ਬੀਜੇਪੀ ਇਦਾਂ ਦੇ ਕੰਮ ਨਹੀਂ ਕਰਦੀ, ਮੈਂ ਇਹ ਦਾਅਵੇ ਨਾਲ ਕਹਿ ਸਕਦਾ। ਤੇ ਜੇ ਬੀਜੇਪੀ ਇਦਾਂ ਦੇ ਕੰਮ ਕਰਦੀ ਹੁੰਦੀ, ਅਸੀਂ ਬੀਜੇਪੀ ਲਈ ਤੇ ਆਪਦੇ ਲੀਡਰ ਲਈ ਇੰਨਾ ਸਟੈਂਡ ਕਿਉਂ ਲੈਂਦੇ? ਤਦ ਹੀ ਲੈਂਦੇ ਨਾ। ਸਾਨੂੰ ਪਤਾ ਕਿ ਨਾ ਤਾਂ ਉਹ ਬੁਰਾ ਕਰ ਸਕਦੇ ਆ, ਨਾ ਗਲਤ ਕੰਮ ਕਰ ਸਕਦੇ ਆ, ਨਾ ਗਲਤ ਕਾਨੂੰਨ ਬਣਾ ਸਕਦੇ ਆ, ਤੇ ਨਾ ਹੀ ਕੋਈ ਗਲਤ ਚੀਜ਼ ਕਰ ਸਕਦੇ ਆ ਕਿਸੇ ਨੂੰ ਲਾਲਚ, ਲੋਭ ਲਾਲਚ ਦੇਣ ਦੀ। ਇਸ ਤਰ੍ਹਾਂ ਦੀ ਗੱਲ ਸਾਡੇ ਲੀਡਰ ਨਹੀਂ ਕਰਦੇ। ਤੇ ਜਿਵੇਂ ਹੁਣ ਪੰਜਾਬ ਦਾ ਸਿਆਸੀ ਮਾਹੌਲ ਚੱਲ ਰਿਹਾ, ਗਰੇਵਾਲ ਸਾਹਿਬ ਤੁਹਾਡੀ ਵੀ ਪਾਰਟੀ ਪੂਰੀ ਤਿਆਰੀ ਤੇ ਲੱਗੀ ਵਿੱਚ ਲੱਗੀ ਹੋਈ ਹੈ, ਪਰ ਦੂਜੇ ਪਾਸੇ ਦੇਖਿਆ ਜਾਵੇ ਕਿਸਾਨਾਂ ਦਾ ਵੀ ਨਾਲੋਂ ਨਾਲ ਸ਼ੁਰੂ ਹੋ ਰੱਖਿਆ ਹੈ। ਹਾਲਾਂਕਿ ਖੁੱਲ੍ਹ ਕੇ ਦੇਖਿਆ ਜਾਵੇ ਝੜੂਨੀ ਹੋਰਾਂ ਨੇ ਹਜੇ ਤੱਕ ਐਲਾਨ ਕਰਿਆ, ਕਹਿੰਦੇ ਵੀ ਆਪਦੀ ਪਾਰਟੀ ਐਲਾਨ ਕਰਤੀ। ਖੈਰ ਉਹਨਾਂ ਨੇ ਸੰਘਰਸ਼ ਪਾਰਟੀ ਕਰਤੀ ਹੈ ਤੇ ਉਹ ਸੰਯੁਕਤ ਸੰਘਰਸ਼ ਪਾਰਟੀ। ਪਰ ਦੂਜੇ ਪਾਸੇ ਦੇਖਿਆ ਜਾਵੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਸਟੇਟਮੈਂਟ ਆਉਂਦੀ ਹੈ, ਕਹਿੰਦੇ ਡੱਲੇਵਾਲ RSS ਦਾ ਬੰਦਾ। ਡੱਲੇਵਾਲ ਹੁਣ ਬਲਵੀਰ ਰਾਜੇਵਾਲ ਤੇ ਸਵਾਲ ਚੁੱਕੀ ਜਾਂਦੇ ਨੇ। ਇਹ ਦੇਖਿਆ ਜਾਵੇ ਪੂਰਾ ਸਿਨੈਰੀਓ ਕਿਹੋ ਜਿਹਾ ਬਣਦਾ ਦਿਖਦਾ ਤੁਹਾਨੂੰ? ਇਹਦਾ ਨੁਕਸਾਨ ਹੋਣਾ, ਫਾਇਦਾ ਹੋਣਾ? ਦੋਨੋਂ ਹੀ ਸੱਚ ਬੋਲ ਰਹੇ ਆ, ਦੋਨੋਂ ਇੱਕ ਦੂਜੇ ਨੂੰ ਕਹਿ ਰਹੇ ਆ ਕਿ ਇਹਦਾ ਬੰਦਾ ਹੈ, ਇਹਦਾ ਬੰਦਾ। ਸੱਚ ਦੋਨੋਂ ਬੋਲ ਰਹੇ ਆ। ਨਹੀਂ, ਪਰ RSS ਦਾ ਬੰਦੇ ਹੈਗੇ ਨੇ ਡੱਲੇਵਾਲ। RSS ਕੋਈ ਬੁਰੀ ਸੰਸਥਾ? RSS 'ਚ ਮੈਂ RSS ਦਾ ਸਵੈਂ ਸੇਵਕ ਹਾਂ, ਇਹ ਫਖਰ ਵਾਲੀ ਗੱਲ ਆ। ਨਹੀਂ, ਪਰ ਤੁਹਾਨੂੰ ਤਾਂ ਪਤਾ ਹੀ ਹੋਣਾ ਵੀ ਉਹ ਹੈਗੇ ਨੇ ਕਿ ਨਹੀਂ ਫਿਰ? ਨਹੀਂ, ਉੱਥੇ ਤਾਂ ਕੋਈ ਵੀ ਜਾ ਸਕਦਾ ਜਿਹਨੇ ਡਿਸਪਲਿਨ ਸਿੱਖਣਾ ਹੋਵੇ, ਜਿਹਨੇ ਅਨੁਸ਼ਾਸਨ 'ਚ ਰਹਿਣਾ ਹੋਵੇ। ਵਿਅਕਤੀ ਨਿਰਮਾਣ ਦਾ ਕੰਮ ਕਰਦੀ ਹੈ ਰਾਸ਼ਟਰੀ ਸਵੈਂ ਸੇਵਕ ਸੰਘ, ਇੱਕ ਸਮਾਜਿਕ ਸੰਗਠਨ ਆ, ਤੇ ਉਹ ਤਾਂ ਦੇਸ਼ ਦੇ ਨਿਰਮਾਣ ਦੀ ਗੱਲ ਕਰਦੇ ਆ ਅਤੇ ਦੇਸ਼ ਸਮਾਜ ਦੀ ਗੱਲ ਕਰਦੇ ਆ, ਰਾਸ਼ਟਰਵਾਦ ਦੀ ਗੱਲ ਕਰਦੇ ਆ। ਅੱਛੀ ਗੱਲ ਹੈ, ਇਹਨਾਂ 'ਚ ਇਹ ਭਾਵਨਾ ਆ ਜੇ ਤਾਂ ਦੋਨੋਂ ਹੀ ਸੁਧਰ ਜਾਣਗੇ। ਪਰ ਉਹ ਤਾਂ ਦੇਖਿਆ ਜਾਵੇ ਡੱਲੇਵਾਲ ਨੇ ਤਾਂ ਇੱਥੇ ਤੱਕ ਕਹਿਤਾ, ਕਹਿੰਦੇ ਵੀ ਜਿਹਨੂੰ ਕਿਸ ਨੂੰ ਬਦਨਾਮ ਕਰਨਾ ਹੁੰਦਾ ਉਹਦਾ ਨਾਂ RSS ਦੇ ਨਾਲ ਜੋੜ ਦਿੰਦੇ ਨੇ। ਰਾਜੇਵਾਲ ਨੂੰ ਲੈ ਕੇ ਉਹਨਾਂ ਨੇ ਗੱਲ ਕਹੀ ਹੈ ਨਾ। ਇਹ ਇਹਨਾਂ ਦੀਆਂ ਨਜ਼ਰਾਂ 'ਚ ਬਦਨਾਮ ਹੋ। RSS ਕੋਈ ਬਦਨਾਮ ਸੰਸਥਾ ਨਹੀਂ ਹੈ, ਬਹੁਤ ਪਵਿੱਤਰ ਤੇ ਵਧੀਆ ਸੰਗਠਨ ਹੈ। ਔਰ ਸਾਨੂੰ ਫਖਰ ਆ ਕਿ ਅਸੀਂ ਉਹਦੇ ਸਵੈਂ ਸੇਵਕ ਹਾਂ। ਤੇ ਮੈਂ ਇਹ ਸਮਝਦਾ ਕਿ ਇਹ ਲੋਕ ਜਿਹੜੇ ਆ ਇਹ ਭਾਂਤ-ਭਾਂਤ ਦੀਆਂ ਗੱਲਾਂ ਕਰਦੇ ਆ। ਜਦੋਂ ਇਹਨਾਂ ਨੂੰ ਕੋਈ ਕੰਮ ਹੁੰਦਾ ਉਦੋਂ ਇਹ ਬੀਜੇਪੀ ਕੋਲ ਵੀ ਆ ਜਾਂਦੇ, ਜਦੋਂ ਕੰਮ ਹੁੰਦਾ RSS ਕੋਲ ਵੀ ਚਲੇ ਜਾਂਦੇ ਆ। ਇਹਨਾਂ ਨੂੰ ਕੋਈ ਪਰਹੇਜ਼ ਨਹੀਂ ਹੈ, ਇਹ ਸਭ ਜਗ੍ਹਾ ਘੁੰਮਣ ਵਾਲੇ ਲੋਕ ਆ। ਤੇ ਇਸ ਕਰਕੇ ਮੈਂ ਇਹਨਾਂ ਤੇ ਕੋਈ ਕਮੈਂਟਸ ਕਰਾਂ ਉਹ ਵੀ ਮੈਂ ਸਮਝਦਾ ਕਿ ਟਾਈਮ ਬਰਬਾਦ ਕਰਨ ਵਾਲੀ ਗੱਲ ਆ। ਜੇ ਚੋਣ ਲੜਨੀ ਹੈ ਤਾਂ ਕੋਈ ਵੀ ਲੜ ਸਕਦਾ। ਕਿਸਾਨ ਦਾ ਮੋਢਾ ਲੱਭ ਕੇ ਨਾ ਲੜਨ, ਚੋਣਾਂ ਲੜਨ, ਆਉਣ ਮੈਦਾਨ 'ਚ। ਮੈਂ ਤਾਂ ਕਹਿੰਦਾ ਮੇਰੇ ਸਾਹਮਣੇ ਕੋਈ ਤਗੜਾ ਕਿਸਾਨ ਲੀਡਰ ਉਤਾਰੋ ਭਾਈ, ਮੈਂ ਰਾਜਪੁਰੇ ਤੋਂ ਲੜ ਰਿਹਾ। ਕਿਹਦੇ ਨਾਲ ਵੈਸੇ ਇੱਛਾ ਰਹੂਗੀ ਤੁਹਾਡੀ ਜੇ ਤੁਹਾਨੂੰ ਚੂਜ਼ ਕਰਨ ਨੂੰ ਕਹੇ? ਮੈਂ ਕਿਉਂ ਚੂਜ਼ ਕਰਨਾ? ਮੇਰੇ ਕਹੇ ਤੋਂ ਕਿਹੜਾ ਮੇਰੀ ਗੱਲ ਮੰਨਣਗੇ ਉਹ? ਪਰ ਮੈਂ ਤਾਂ ਵੱਡਾ ਕਿਹਨੂੰ ਮੰਨਦੇ ਹੋ ਤੁਸੀਂ? ਰਾਜੇਵਾਲ, ਡੱਲੇਵਾਲ, ਝੜੂਨੀ, ਕਿਹੜੇ? ਅਜੇ ਚਲੂਨੀ ਆ ਜੇ, ਉਹ ਤੋਂ ਪਹਿਲਾਂ ਇੱਕ ਵਾਰ ਕਹਿੰਦੇ ਵੀ ਸੀ। ਤੇ ਰਾਜੇਵਾਲ ਜੀ ਆ ਜਾਣ, ਡੱਲੇਵਾਲ ਜੀ, ਜਿਹਨੇ ਮਰਜ਼ੀ ਜਿਹਦੀ ਵੀ ਇੱਛਾ ਹੋਵੇ ਆ ਜਾਣ। ਕਿ ਇਹਨਾਂ ਨੂੰ ਪੂਰੇ ਪੰਜਾਬ 'ਚ ਕੋਈ ਰੋਕਦਾ ਥੋੜਾ ਜੀ। ਇਹਨਾਂ ਨੂੰ ਪਤਾ ਲੱਗ ਜਾਊਗਾ, ਪਹਿਲਾਂ ਵੀ 1000 2-2000 ਵੋਟਾਂ ਮਿਲਦੀਆਂ ਹੁੰਦੀਆਂ, ਹੁਣ ਵੀ ਨਹੀਂ ਮਿਲਣੀਆਂ। ਆ ਜਾਣ, ਗਲਤਫਹਿਮੀ ਵੀ ਦੂਰ ਹੋ ਜੂ। ਪਰ ਦੇਖਿਆ ਜਾਵੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਜੀ, ਇਹ ਜਿਹੜਾ ਫਿਰ ਚਲੋ ਉਲਝਣ ਤਾਣੀ ਪਈ ਆ ਕਿਸਾਨ ਆਗੂਆਂ ਦੀ, ਉਹਦੇ ਨਾਲ ਆਖਰਕਾਰ ਤੁਸੀਂ ਕੀ ਸਮਝਦੇ ਹੋ ਕਿ ਜਿਸ ਤਰ੍ਹਾਂ ਦੇ ਨਾਲ ਇੱਕ ਦੂਜੇ ਤੇ, ਖੈਰ ਸਿਆਸਤ 'ਚ ਜੇ ਆਉਣਾ ਚਾਹੁੰਦਾ ਖੁੱਲ੍ਹ ਕੇ ਐਲਾਨ ਕਰ ਲੈਣਾ ਚਾਹੀਦਾ? ਦੇਖੋ, ਜੋ ਐਲਾਨ ਕਰਨਾ ਉਹਦਾ ਕਰਨ, ਪਰ ਸਾਨੂੰ ਇਹਦੇ 'ਚ ਨਾ ਘਸੀਟਣ, ਨਾ RSS ਨੂੰ ਘਸੀਟਣ। ਆਪਦੀ ਲੜਾਈ ਆਪ ਲੜਨ। ਲੜਾਈ ਇਹਨਾਂ ਦੀ ਆਪਣੀ ਆ। ਤੇ ਪੈਸੇ ਪੂਸੇ ਦੀਆਂ ਲੜਾਈਆਂ ਵੀ ਜਗ੍ਹਾ ਜਗ੍ਹਾ ਚੱਲ ਰਹੀਆਂ ਇਹਨਾਂ ਦੀਆਂ। ਜਿਹੜੇ ਫੰਡ ਇਕੱਠੇ ਹੋਏ ਸੀ, ਬਹੁਤ ਹੋਏ ਸੀ, ਤੇ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਤੇ ਆਪਸ 'ਚ ਇੱਕ ਦੂਜੇ ਨਾਲ ਲੜਨਗੇ, ਇਹੀ ਦੱਸਣਗੇ। ਮੈਂ ਕਿਉਂ ਦੱਸਣੀਆਂ ਨੇ ਇਹ ਗੱਲਾਂ? ਤੁਹਾਨੂੰ ਪਤਾ ਨਹੀਂ? ਪਤਾ ਸਭ ਨੂੰ ਆ, ਪਤਾ ਮੈਨੂੰ ਵੀ ਆ, ਪਤਾ ਉਹਨਾਂ ਨੂੰ ਵੀ ਹੈ। ਤੇ ਇਸ ਕਰਕੇ ਪਰ ਅਸੀਂ ਇਹਨਾਂ 'ਚ ਕਿਉਂ ਪੈਣਾ? ਠੀਕ ਹੈ ਨਾ ਗੱਲ? ਇਹ ਆਪਦਾ ਕਰੀ ਜਾਣ ਜੋ ਕਰਨਾ, ਇਹ ਕੱਲ੍ਹ ਨੂੰ ਸਮਝ ਆ ਜਾਊਗਾ। ਤੇ ਇਹ RSS ਦਾ ਨਾਂ ਲੈਂਦੇ ਆ। ਕਦੇ RSS 'ਚ ਇੱਦਾਂ ਦਾ ਝਗੜਾ ਦੇਖਿਆ ਇਹਨਾਂ ਨੇ? ਇੰਨਾ ਪਵਿੱਤਰ ਤੇ ਸ਼ੁੱਧ ਸੰਗਠਨ ਆ ਉਹ। ਉੱਥੇ ਤਾਂ ਦੇਣਾ ਹੀ ਆ, ਯੋਗਦਾਨ ਪਾਉਣਾ ਹੀ ਆ, ਲੈਣਾ ਤਾਂ ਕੁਛ ਨਹੀਂ ਹੈ। ਸਭ ਮਿਲ ਕੇ ਕਰਦੇ ਆ। ਤੇ ਜਿਹੀ ਜੀ ਕੋਆਪਰੇਟਿਵ ਉੱਥੇ ਚੱਲਦੀ ਆ, ਔਰ ਜਿਹੜਾ ਜਿਹਾ ਦੇਸ਼ ਦਾ ਵਿਅਕਤੀ ਦਾ ਨਿਰਮਾਣ ਉੱਥੇ ਹੁੰਦਾ, ਉਹ ਕਿਤੇ ਨਹੀਂ ਹੁੰਦਾ। ਇਹਨਾਂ ਨੂੰ ਕਹੋ ਕਿ ਇੱਦਾਂ ਦੀਆਂ ਗੱਲਾਂ ਨਾ ਕਰਨ। ਇਹਨਾਂ ਦੇ ਮੂੰਹ ਤੋਂ ਸ਼ੋਭਾ ਨਹੀਂ ਦਿੰਦੀਆਂ। RSS ਦਾ ਨਾਂ ਵੀ ਇਹਨਾਂ ਦੇ ਮੂੰਹ ਤੋਂ ਸ਼ੋਭਾ ਨਹੀਂ ਦਿੰਦਾ। ਬਿਲਕੁਲ ਕਹਿ ਸਕਦੇ ਹਾਂ ਗਰੇਵਾਲ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਕੇਜਰੀਵਾਲ ਨੂੰ ਲੈ ਕੇ ਲੋਕ ਸੁਚੇਤ ਰਹਿਣ, ਕਿਉਂਕਿ ਜਿਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ, ਕਿਉਂਕਿ ਜਿਹੜਾ ਚੰਡੀਗੜ੍ਹ ਵਾਲਾ ਦਾਅਵਾ ਸੀਗਾ ਉਹ ਤਾਂ ਜੇ ਦੇਖਿਆ ਜਾਵੇ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਹੋ ਜਾਂਦੀ ਹੈ ਜੇਕਰ ਇਸ ਤਰ੍ਹਾਂ ਦੀ
ਚਰਚਾ ਵੀ ਕਦੇ ਸ਼ੁਰੂ ਹੋਈ ਹੈ ਤਾਂ ਉਹਦੇ ਵਿੱਚ ਲੀਡਰ ਲਗਾਤਾਰ ਵੱਧ ਕੇ ਪੰਜਾਬ ਦੇ ਭੂਮਿਕਾ ਨਿਭਾਉਂਦੇ ਨੇ। ਖੈਰ ਕਿਤੇ ਨਾ ਕਿਤੇ ਬੀਜੇਪੀ ਦੇ ਲੀਡਰ ਵੀ ਇਹ ਗੱਲ ਕਹਿੰਦੇ ਨਜ਼ਰ ਆਉਂਦੇ ਨੇ ਕਿ ਠੀਕ ਹੈ, ਪੰਜਾਬ ਦੇ ਹਿੱਤਾਂ ਦੇ ਲਈ ਚੰਡੀਗੜ੍ਹ ਦੇ ਦੇਣਾ ਚਾਹੀਦਾ, ਪਰ ਹਜੇ ਤੱਕ ਚਰਚਾ ਕੋਈ ਸ਼ੁਰੂ ਨਹੀਂ ਹੋਈ। ਗਰੇਵਾਲ ਕਹਿੰਦੇ ਮੈਂ ਅਮਿਤ ਸ਼ਾਹ ਨੂੰ ਵੀ ਖੁਦ ਮਿਲ ਕੇ ਆਇਆ, ਪਰ ਉੱਥੇ ਵੀ ਨਹੀਂ ਮੈਂ ਤਾਂ ਕੋਈ ਗੱਲ ਸੁਣੀ ਹੈਗੀ। ਦੂਜੇ ਪਾਸੇ ਕਿਸਾਨ ਆਗੂ ਨੂੰ ਲੈ ਕੇ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਆਖਰ ਚੋਣ ਜਿਹਨੇ ਲੜਨੀ ਹੈ ਮੇਰੇ ਖਿਲਾਫ ਆ ਕੇ ਲੜ ਲੈ, ਪਤਾ ਲੱਗ ਜੂ ਆਖਰ ਕਿੰਨੇ ਕੁ ਲੋਕ ਉਹਨਾਂ ਦਾ ਸਾਥ ਦਿੰਦੇ ਨੇ। ਪਰ ਆਰਐਸਐਸ ਨੂੰ ਕਮ ਸੇ ਕਮ ਵਿੱਚ ਨਾ ਘੜੀਸਣ, ਕਿਉਂਕਿ ਆਰਐਸਐਸ ਦਾ ਰੌਲਾ ਵਿੱਚ ਨਹੀਂ ਹੈਗਾ, ਅਸਲ ਰੌਲਾ ਜਿਹੜਾ ਉਹ ਪੈਸਿਆਂ ਦਾ ਹੈ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਮਿਸਿੰਗ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।